ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਛੰਤ ਬੋਲ ਸੁਧਰ ਮਿੜਿਆ ਮੋਨ ਕਤ ਧਾਰੀ RAM। ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਹਾਰੀ RAM। ਸੰਗ ਤੇਰੇ ਕਛ ਨਾ ਚਾਲੈ ਬਿਨਾ ਗੋਬਿੰਦ ਨਾਮਾ। ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ। ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ। ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਪੰਜਵੇਂ ਪਿਤਾ ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਹਾਗੜਾ ਰਾਗ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 547 ਉਤੇ ਕਿਰਪਾ ਕਰਦੇ ਨੇ। ਬੋਲ ਸੁਧਰ ਮਿੜਿਆ। ਬੋਲ ਤੋਂ ਭਾਵ ਬੋਲਣਾ ਕਰ, ਸੁਧਰ ਮਿੜਿਆ ਤੋਂ ਭਾਵ ਰਾਜ ਕਰਨ ਵਾਲਾ, ਸਾਰਿਆਂ ਉੱਤੇ ਰਾਜ ਕਰਦਾ ਹੈ, ਉਸ ਨੂੰ ਰਾਜਾ ਕਿਹਾ ਜਾਂਦਾ ਹੈ। ਮਹਾਰਾਜ ਇੱਥੇ ਰਾਜੇ ਦੀ ਗੱਲ ਕਰ ਰਹੇ ਨੇ। ਕਿਹੜੇ ਰਾਜੇ ਦੀ ਗੱਲ ਕਰ ਰਹੇ ਨੇ ਗੁਰੂ ਪਿਆਰਿਓ? 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਕਿ ਉਹ ਹਰੀ ਪਰਮਾਤਮਾ ਨੇ 84 ਲੱਖ ਜੂਨ ਬਣਾਈ ਹੈ, ਪਰ ਉਸ ਜੂਨ ਵਿੱਚੋਂ ਇੱਕ ਜੂਨ ਜੋ ਕਿ ਮਨੁੱਖਾ ਜੂਨ ਹੈ, ਉਸ ਨੂੰ ਮਹਾਰਾਜ ਨੇ ਵਡਿਆਈ ਦੇਣਾ ਕੀਤੀ ਹੈ। ਕਿਸ ਪ੍ਰਕਾਰ? ਉਸ ਨੂੰ ਮਤ ਬਖਸ਼ੀ ਹੈ ਜਿਸ ਦੇ ਨਾਲ ਉਹ ਆਪਣਾ ਚੰਗਾ ਅਤੇ ਮਾੜਾ ਜਾਣ ਸਕਦਾ ਹੈ, ਅਤੇ ਇਸ ਮਤ ਬੁੱਧ ਕਰਕੇ ਹੀ ਇਹ ਜਿਹੜਾ ਮਨੁੱਖ ਹੈ, ਜਿਹੜੀਆਂ ਦੂਸਰੀਆਂ 84 ਲੱਖ ਜੂਨਾਂ ਹਨ ਉਹਨਾਂ ਵਿੱਚੋਂ ਉੱਤਮ ਮੰਨਿਆ ਗਿਆ ਹੈ, ਅਤੇ ਉਸ 84 ਲੱਖ ਜੂਨਾਂ ਉੱਤੇ ਰਾਜ ਕਰਦਾ ਹੈ। ਅਤੇ ਜਿਹੜਾ ਰਾਜ ਕਰਦਾ ਹੈ ਉਸ ਨੂੰ ਰਾਜਾ ਆਖਿਆ ਜਾਂਦਾ ਹੈ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ। ਬੋਲ ਸੁਧਰ ਮਿੜਿਆ, ਕਿ ਬੋਲਣਾ ਕਰ। ਕਿਹਨੂੰ ਕਹਿੰਦੇ ਨੇ? ਹੇ ਮਨੁੱਖਾ, ਤੂੰ ਬੋਲਣਾ ਕਰ, ਸਾਨੂੰ ਦੱਸਣਾ ਕਰ। ਮੌਨ ਕਤ ਧਾਰੀ RAM। ਮੌਨ ਤੋਂ ਭਾਵ ਚੁੱਪੀ। ਤੂੰ ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਚੁੱਪ ਕਾਹਤੋਂ ਹੋਇਆ ਹੈ? ਤੂੰ ਉਹ ਹਰੀ ਪ੍ਰਮਾਤਮਾ ਦਾ ਨਾਮ ਸਿਮਰਨ ਕਾਹਤੋਂ ਨਹੀਂ ਜਪਦਾ? ਕਿਸ ਲਈ ਤੂੰ ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਮੌਨ ਧਾਰਿਆ ਹੋਇਆ ਹੈ? ਤੂੰ ਸਾਡੇ ਪਾਸੋਂ ਇੱਕ ਗੱਲ ਆਪਣੇ ਪੱਲੇ ਬੰਨ੍ਹ ਲੈਣਾ ਕਰ, ਅਸੀਂ ਤੈਨੂੰ ਦੱਸ ਦਈਏ। ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਹਾਰੀ RAM। ਕਿ ਹੈ ਮਨੁੱਖਾ, ਤੂੰ ਸੰਸਾਰ ਵਿੱਚ ਧਿਆਨ ਨਾਲ ਦੇਖ। ਇੱਥੇ ਹੁਣ ਤੱਕ ਜਿਸ ਮਨੁੱਖ ਨੇ ਵੀ ਮਾਇਆ ਨੂੰ ਇਕੱਠਾ ਕਰਨ ਵਾਸਤੇ, ਧਨ ਦੌਲਤ ਨੂੰ ਇਕੱਠਾ ਕਰਨ ਵਾਸਤੇ ਮਨ ਦੇ ਪਿੱਛੇ ਲੱਗ ਕਰਕੇ ਜਿਹੜੀ ਕਿਰਤ ਕਮਾਈ ਕੀਤੀ ਹੈ, ਉਹ ਉਹਦੀ ਇੱਥੇ ਹੀ ਰਹਿ ਗਈ ਹੈ, ਉਸ ਦੇ ਨਾਲ ਨਹੀਂ ਗਈ। ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਹਾਰੀ RAM। ਜਿਹੜਾ ਮਨੁੱਖ ਸਿਰਫ ਮਾਇਆ ਕਰਕੇ ਹੀ ਸੰਸਾਰ ਦੇ ਵਿੱਚ ਮਾਇਆ ਨੂੰ ਇਕੱਠਾ ਕਰਨ ਵਾਸਤੇ ਕਰਮ ਕਰ ਰਿਹਾ ਸੀ, ਧਨ ਦੌਲਤ ਨੂੰ ਇਕੱਠਾ ਕਰਨ ਵਾਸਤੇ, ਆਪਣੀ ਵਡਿਆਈ ਕਰਾਉਣ ਵਾਸਤੇ ਜਿਹੜੇ ਕੰਮ ਕਰ ਰਿਹਾ ਸੀ, ਜਿਹੜੀ ਉਸਨੇ ਧਨ ਦੌਲਤ ਇਕੱਠੀ ਕੀਤੀ ਹੈ, ਉਹ ਸਾਰੇ ਹੀ ਇੱਥੇ ਰਹਿ ਗਈ ਹੈ। ਇਸ ਲਈ ਤੂੰ ਧਿਆਨ ਦੇਣਾ ਕਰ। ਤੇਰੇ ਨਾਲ ਇਸ ਸੰਸਾਰ ਦੀ ਮਾਇਆ ਨੇ ਕੀ ਜਾਏਗਾ। ਸੰਗ ਤੇਰਾ ਕਛ ਨਾ ਚਾਲੈ ਬਿਨ ਗੋਬਿੰਦ ਨਾਮਾ। ਅਸੀਂ ਤੈਨੂੰ ਹੁਣੇ ਹੀ ਦੱਸ ਦੇਣਾ ਕਰਨੇ ਹਾਂ
ਕਿ ਬਿਨਾ ਹਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਏਗਾ। ਸੰਸਾਰ ਦੀ ਕੋਈ ਵੀ ਵਸਤੂ, ਕੋਈ ਵੀ ਪਦਾਰਥ ਤੇਰੇ ਨਾਲ ਨਹੀਂ ਜਾਏਗਾ। ਸੰਗ ਤੇਰਾ ਕਛ ਨਾ ਚੱਲੈ। ਸੰਸਾਰ ਦਾ ਕੋਈ ਵੀ ਧਨ ਦੌਲਤ ਤੇਰੇ ਨਾਲ ਨਹੀਂ ਜਾਏਗਾ ਬਿਨਾ ਗੋਬਿੰਦ ਨਾਮਾ। ਵੀ ਉਹ ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕੁਝ ਨਹੀਂ ਜਾਏਗਾ, ਕਿਉਂਕਿ ਉਹ ਹਰੀ ਪ੍ਰਮਾਤਮਾ ਦਾ ਨਾਮ ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਤੋਂ ਭਾਵ ਤੂੰ ਜਦੋਂ ਜਨਮ ਲਿਆ ਨਾ, ਜਦੋਂ ਮਾਤਾ ਦੇ ਗਰਭ ਵਿੱਚ ਸੇ, ਉਦੋਂ ਵੀ ਉਹ ਹਰੀ ਪ੍ਰਮਾਤਮਾ ਨੇ ਤੈਨੂੰ ਪਾਲਣਾ ਕੀਤਾ। ਤੈਨੂੰ ਮਾਂ ਦੇ ਗਰਭ ਵਿੱਚ ਆਹਾਰ ਬਖਸ਼ਿਆ, ਰੋਟੀ ਬਖਸ਼ੀ। ਆਦ ਪੂਰਨ, ਮਦ ਪੂਰਨ। ਅਤੇ ਜਦੋਂ ਜਵਾਨ ਹੋਇਆ, ਜਦੋਂ ਤੂੰ ਹੌਲੀ ਹੌਲੀ ਵੱਡਾ ਹੋਣ ਲੱਗਾ, ਉਦੋਂ ਮਹਾਰਾਜ ਤੇਰੇ ਅੰਗ ਸੰਗਸਾਈ ਹੁੰਦੇ ਨੇ। ਉਦੋਂ ਵੀ ਮਹਾਰਾਜ ਤੈਨੂੰ ਖਾਣ ਵਾਸਤੇ ਪਦਾਰਥ ਦਿੰਦੇ ਨੇ। ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਤੇ ਅੰਤ ਵੇਲੇ ਵੀ ਉਹ ਸੱਚਾ ਹਰੀ ਪ੍ਰਮਾਤਮਾ ਹੀ ਸਾਡੇ ਨਾਲ ਜਾਣਾ ਹੈ। ਜਨਮ ਤੋਂ ਪਹਿਲਾਂ ਵੀ ਉਹ ਸਾਡੇ ਨਾਲ ਸੀ, ਜਨਮ ਤੋਂ ਬਾਅਦ ਵੀ ਸਾਡੇ ਨਾਲ ਹੈ, ਅਤੇ ਜਦੋਂ ਮਰ ਜਾਵਾਂਗੇ, ਸਵਾਸ ਖਤਮ ਹੋ ਜਾਣਗੇ, ਉਦੋਂ ਵੀ ਹਰੀ ਪ੍ਰਮਾਤਮਾ ਸਾਡੇ ਨਾਲ ਰਹੇਗਾ। ਇਸ ਲਈ ਉਹ ਹਰੀ ਪ੍ਰਮਾਤਮਾ ਦਾ ਨਾਮ ਹੀ ਤੇਰੇ ਨਾਲ ਜਾਣਾ ਹੈ। ਸੰਗ ਤੇਰਾ ਕਛ ਨਾ ਚੱਲੈ। ਹੋਰ ਕੋਈ ਵੀ ਦੁਨੀਆ ਦਾ ਪਦਾਰਥ ਤੇਰੇ ਨਾਲ ਨਹੀਂ ਜਾਏਗਾ। ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ। ਹੇ ਮਨੁੱਖਾ, ਜਿਹੜੇ ਤੂੰ ਕਰਮ ਕਿਸੇ ਦੇਸ਼ ਉਤੇ ਰਾਜ ਕਰਨ ਵਾਸਤੇ, ਸੋਨਾ ਚਾਂਦੀ ਇਕੱਠਾ ਕਰਨ ਵਾਸਤੇ ਤੂੰ ਕਰਮ ਕਰ ਰਿਹਾ ਹੈ, ਉਹ ਤੇਰੇ ਕਰਮ ਕਿਸੇ ਕੰਮ ਨਹੀਂ ਆਣੇ, ਕਿਉਂਕਿ ਉਥੇ ਇਹ ਸਭ ਕੁਝ ਜਾਣਾ ਨਹੀਂ। ਇਹ ਸਭ ਕੁਝ ਇੱਥੇ ਰਹਿ ਜਾਣਾ ਹੈ, ਇਸ ਲਈ ਇਹ ਤੇਰੇ ਕਿਸੇ ਕੰਮ ਨਹੀਂ ਆਣੇ। ਦੇਸ ਵੇਸ ਸਵਰਨ ਰੂਪਾ। ਨਾ ਤੇਰਾ ਪਾਇਆ ਹੋਇਆ ਸੋਹਣਾ ਕਪੜਾ ਤੇਰੇ ਕੰਮ ਆਣਾ ਹੈ, ਨਾ ਤੇਰੇ ਦੁਆਰਾ ਕੀਤੀ ਹੋਈ ਧਨ ਦੌਲਤ ਇਕੱਠੀ ਉਹ ਤੇਰੇ ਕੰਮ ਆਣੀ ਹੈ। ਸੰਸਾਰ ਦਾ ਕੋਈ ਵੀ ਪਦਾਰਥ ਤੇਰੇ ਕੰਮ ਨਹੀਂ ਆਣਾ। ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕੰਮ। ਸਾਰੇ ਤੇਰੇ ਕੀਤੇ ਹੋਏ ਕਾਰਜ ਵਿਅਰਥ ਹਨ ਜਦੋਂ ਤੱਕ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ। ਉਸ ਦੇ ਸਿਮਰਨ ਨੂੰ ਛੱਡ ਕਰਕੇ ਸੰਸਾਰ ਦੇ ਕਾਰ ਵਿਹਾਰ ਕਰੀ ਗਿਆ ਹੈ, ਸੋਨਾ ਚਾਂਦੀ ਇਕੱਠਾ ਕਰੀ ਗਿਆ ਹੈ, ਧਨ ਦੌਲਤ ਇਕੱਠਾ ਕਰੀ ਗਿਆ ਹੈ, ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਪਾ ਲਈਆਂ ਨੇ, ਪਰ ਇਹ ਸਾਰਾ ਕੁਝ ਤੇਰੇ ਵਾਸਤੇ ਵਿਅਰਥ ਹੈ, ਕਿਉਂਕਿ ਇਹ ਤੇਰੇ ਨਾਲ ਨਹੀਂ ਜਾਣਾ। ਬਿਨਾਂ ਗੋਬਿੰਦ ਨਾਮਾ, ਹਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਨਾਲ ਨਹੀਂ ਜਾਣਾ। ਇਸ ਲਈ ਦੇਸ ਵੇਸ ਸਵਰਨ ਰੂਪਾ। ਦੇਸ ਤੋਂ ਭਾਵ ਦੇਸ਼, ਕੋਈ ਰਾਜ੍य। ਸਵਰ ਦੇਸ ਵੇਸ, ਵੇਸ ਤੋਂ ਭਾਵ ਸਾਡਾ ਬਾਣਾ, ਸਾਡਾ ਪਹਿਰਾਵਾ। ਸਵਰਨ ਰੂਪਾ। ਸਵਰਨ ਤੋਂ ਭਾਵ ਸੋਨਾ, ਰੂਪਾ ਤੋਂ ਭਾਵ ਚਾਂਦੀ। ਸਗਲ ਊਨੇ ਕਾਮਾ। ਇਹ ਸਾਰੇ ਇਕੱਠੇ ਕਰਨ ਵਾਸਤੇ ਜਿਹੜਾ ਤੂੰ ਕਾਰਜ ਕੀਤਾ ਹੈ, ਜਿਹੜਾ ਵਿਹਾਰ ਕੀਤਾ ਹੈ, ਜੋ ਵੀ ਤੂੰ ਮਿਹਨਤ ਕੀਤੀ ਹੈ, ਉਹ ਸਾਰੀ ਵਿਅਰਥ ਹੀ ਹੈ, ਉਹ ਕਿਸੇ ਕੰਮ ਨਹੀਂ ਆਣੀ। ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ। ਪੁੱਤਰ ਕਲਤਰ ਨਾ ਸੰਗ ਸੋਭਾ। ਹਸਤ ਘੋਰ ਵਿਕਾਰੀ। ਕਿ ਤੂੰ ਇਹ ਵੀ ਜਾਣ ਨਾ ਕਰ, ਪੁੱਤਰ ਕਲਤਰ, ਤੇਰਾ ਜਿਹੜਾ ਪੁੱਤਰ ਹੈ, ਤੇਰੀ ਜਿਹੜੀ ਇਸਤਰੀ ਹੈ, ਪੁੱਤਰ ਕਲਤਰ ਨਾ ਸੰਗ ਸੋਭਾ। ਅਤੇ ਜਿਹੜੀ ਤੇਰੀ ਸੰਸਾਰ ਵਿੱਚ ਤੂੰ ਆਪਣੀ ਸ਼ੋਭਾ ਬਣਾਈ ਹੋਈ ਹੈ, ਵਡਿਆਈ ਬਣਾਈ ਹੋਈ ਹੈ, ਇਹ ਤੇਰੇ ਨਾਲ ਨਹੀਂ ਜਾਣਾ। ਪੁੱਤਰ ਕਲਤਰ ਨਾ ਸੰਗ ਸੋਭਾ। ਹਸਤ ਘੋਰ ਸਾਰੀ। ਅਤੇ ਜਿਹੜੇ ਇਹ ਤੂੰ ਸੰਸਾਰ ਵਿੱਚ ਹਾਥੀ ਘੋੜਿਆਂ ਦਾ ਜਿਹੜਾ ਤੂੰ ਮਨ ਵਿੱਚ ਮਨਸ਼ਾ ਧਾਰੀ ਹੋਇਆ ਹੈ, ਇਹ ਤੈਨੂੰ ਹਰੀ ਪ੍ਰਮਾਤਮਾ ਦੇ ਪਾਸੇ ਨਹੀਂ, ਇਹ ਤੈਨੂੰ ਨਰਕ ਵਾਲੇ ਪਾਸੇ ਲੈ ਜਾਣਗੇ। ਇਹ ਤੈਨੂੰ ਵਿਕਾਰਾਂ ਵਿੱਚ ਫਸਾ ਲੈਣਗੇ। ਹੁਣ ਗੁਰੂ ਪਿਆਰਿਓ, ਇੱਥੇ ਹੁਣ ਮਹਾਰਾਜ ਕਿਰਪਾ ਕਰਦੇ ਨੇ, ਛੋਟੀ ਜਿਹੀ ਸੋਝੀ ਲਈਏ। ਆਪਣੇ ਮਨ ਵਿੱਚ ਕਈ ਵਾਰੀ ਇਹ ਸਵਾਲ ਉੱਠਦਾ ਹੈ ਕਿ ਮਾਇਆ ਕੀ ਹੈ।
ਕਿ ਧਨ ਦੌਲਤ ਇਕੱਠਾ ਕਰਨਾ ਮਾਇਆ ਹੈ। ਸੰਸਾਰ ਵਿੱਚ ਰਹਿ ਕਰਕੇ ਸੋਨਾ ਚਾਂਦੀ ਕੋਠੀਆਂ ਕਾਰਾਂ ਖਰੀਦਣਾ ਮਾਇਆ ਹੈ। ਇਹ ਸਭ ਕੁਝ ਮਾਇਆ ਹੈ। ਸਾਡੇ ਅੰਦਰ ਸਵਾਲ ਜਾਗਦਾ ਹੈ। ਪਰ ਗੁਰੂ ਪਿਆਰਿਓ, ਮਹਾਰਾਜ ਕਿਰਪਾ ਕਰਦੇ ਨੇ ਕਿ ਸੰਸਾਰ ਵਿੱਚ ਜਿਹੜੀ ਵਸਤੂ ਨੂੰ ਦੇਖ ਕਰਕੇ, ਜਿਹੜੇ ਪਦਾਰਥ ਨੂੰ ਦੇਖ ਕਰਕੇ, ਜਿਹੜੇ ਜੀਵ ਨੂੰ ਵੇਖ ਕਰਕੇ ਉਹ ਹਰੀ ਪ੍ਰਮਾਤਮਾ ਦਾ ਨਾਮ ਸਿਮਰਨ ਭੁੱਲ ਜਾਂਦਾ ਹੈ, ਉਹ ਸਭ ਕੁਝ ਮਾਇਆ ਹੈ। ਜੇਕਰ ਤੁਸੀਂ ਆਪਣੇ ਘਰ ਪਰਿਵਾਰ ਨਾਲ ਪਿਆਰ ਕਰਦੇ ਹੋ, ਉਹਨਾਂ ਲਈ ਸੰਸਾਰਕ ਮਾਇਆ ਇਕੱਠੀ ਕਰਦੇ ਹੋ, ਕੋਠੀਆਂ ਕਾਰਾਂ ਬਣਾਉਂਦੇ ਹੋ, ਉਹਨਾਂ ਵਾਸਤੇ ਚੰਗੇ ਮਾੜੇ ਕਰਮ ਕਰਕੇ ਉਹਨਾਂ ਵਾਸਤੇ ਪਦਾਰਥ ਇਕੱਠੇ ਕਰਦੇ ਹੋ, ਮਹਾਰਾਜ ਕਿਰਪਾ ਕਰਦੇ ਨੇ ਉਹ ਸਾਰਾ ਵਿਅਰਥ ਹੈ। ਕਿਉਂਕਿ ਸਿਰਫ ਤੁਸੀਂ ਆਪਣੇ ਬੱਚਿਆਂ ਨੂੰ ਵੇਖ ਕਰਕੇ, ਆਪਣੀਆਂ ਕੋਠੀਆਂ ਕਾਰਾਂ ਨੂੰ ਵੇਖ ਕਰਕੇ, ਧਨ ਦੌਲਤ ਨੂੰ ਵੇਖ ਕਰਕੇ ਤੁਸੀਂ ਉਹ ਹਰੀ ਪ੍ਰਮਾਤਮਾ ਨੂੰ ਚੇਤਾ ਨਹੀਂ ਕੀਤਾ। ਇਸ ਲਈ ਉਹ ਸਭ ਕੁਝ ਮਾਇਆ ਵਿੱਚ ਆ ਚੁੱਕਿਆ ਹੈ। ਉਹ ਸਭ ਕੁਝ ਮਾਇਆ ਹੈ। ਪਰ ਜੇਕਰ ਤੁਹਾਨੂੰ ਤੁਹਾਡਾ ਪੁੱਤਰ ਵੇਖ ਕਰਕੇ, ਤੁਹਾਡੇ ਘਰ ਪਰਿਵਾਰ ਵੇਖ ਕਰਕੇ, ਤੁਹਾਡੀਆਂ ਕੋਠੀਆਂ ਕਾਰਾਂ ਵੇਖ ਕਰਕੇ ਉਹ ਹਰੀ ਪ੍ਰਮਾਤਮਾ ਚੇਤਾ ਆਉਂਦਾ ਹੈ ਨਾ, ਇਹ ਸਭ ਕੁਝ ਮਾਇਆ ਨਹੀਂ। ਕਿਉਂਕਿ ਇਸ ਨੂੰ ਵੇਖ ਕੇ ਤੁਹਾਨੂੰ ਰੱਬ ਚੇਤਾ ਆ ਰਿਹਾ ਹੈ, ਇਹ ਮਾਇਆ ਤੋਂ ਮੁਕਤ ਹੈ। ਕਿਉਂਕਿ ਇੱਕ ਪੁੱਤਰ ਨੂੰ ਵੇਖ ਕਰਕੇ ਜੇ ਮਨ ਵਿੱਚ ਆਵੇ ਕਿ ਮਹਾਰਾਜ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਸੋਹਣੀਆਂ ਕੋਠੀਆਂ ਕਾਰਾਂ ਬਖਸ਼ੀਆਂ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸੰਸਾਰ ਵਿੱਚ ਮੇਰੇ ਜੀਵਨ ਵਾਸਤੇ ਮੇਰਾ ਪਰਿਵਾਰ ਬਣਾਇਆ ਹੈ, ਤੁਸੀਂ ਸੰਸਾਰ ਵਿੱਚ ਮੇਰੇ ਉੱਤੇ ਕਿਰਪਾ ਕੀਤੀ ਹੈ, ਮੈਨੂੰ ਆ ਸਭ ਕੁਝ ਦਿੱਤਾ ਹੈ। ਜਦੋਂ ਇਸ ਤਰ੍ਹਾਂ ਮਨ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ, ਮਨ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਚੇਤਾ ਆਉਂਦਾ ਹੈ, ਇਹਨਾਂ ਸਭ ਨੂੰ ਵੇਖ ਕਰਕੇ, ਘਰ ਪਰਿਵਾਰ ਨੂੰ ਵੇਖ ਕਰਕੇ, ਕੋਠੀਆਂ ਕਾਰਾਂ ਨੂੰ ਵੇਖ ਕਰਕੇ ਜੇ ਮਨ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਚੇਤਾ ਆਉਂਦਾ ਹੈ, ਉਹ ਮਾਇਆ ਤੋਂ ਬਾਹਰ ਹੈ। ਅਤੇ ਜੇਕਰ ਇਸ ਕੋਠੀਆਂ ਕਾਰਾਂ ਅਤੇ ਧਨ ਦੌਲਤ ਇਕੱਠੇ ਕਰਦਿਆਂ, ਪਰਿਵਾਰ ਦੀ ਸੰਭਾਲ ਕਰਦਿਆਂ ਮਨ ਵਿੱਚ ਕਦੀ ਰੱਬ ਨਹੀਂ ਚੇਤਾ ਆਇਆ, ਹਮੇਸ਼ਾ ਹੀ ਮਨ ਵਿੱਚ ਇਹ ਆਇਆ ਕਿ ਮੈਂ ਕੋਠੀਆਂ ਕਾਰਾਂ ਬਣਾ ਲਈਆਂ ਨੇ, ਮੇਰੇ ਕੋਲ ਸੋਹਣਾ ਪਰਿਵਾਰ ਹੈ, ਮੇਰੇ ਕੋਲ ਮੇਰਾ ਲੜਕਾ ਹੈ, ਮੈਂ ਹੀ ਇਹਨਾਂ ਨੂੰ ਖਾਣ ਵਾਸਤੇ ਲਿਆ ਕੇ ਦੇਣਾ ਹਾਂ, ਜੋ ਵੀ ਹੈ ਮੇਰਾ ਹੈ, ਮੈਂ ਬਹੁਤ ਹੀ ਮਿਹਨਤ ਕਰਕੇ ਬਣਾਇਆ ਹੈ। ਜਿੱਥੇ ਮੈਂ ਸ਼ਬਦ ਹੀ ਮਾੜਾ, ਜਦੋਂ ਅੰਦਰੋਂ ਮੈਂ ਉੱਠਦੀ ਹੈ ਕਿ ਇਹ ਸਭ ਕੁਝ ਮੈਂ ਬਣਾਇਆ ਹੈ, ਜਦੋਂ ਹਰੀ ਪ੍ਰਮਾਤਮਾ ਦਾ ਚੇਤਾ ਨਹੀਂ ਆਉਂਦਾ, ਉਹ ਕਾਰਜ ਜਿਹੜਾ ਹੈ ਉਹ ਮਾਇਆ ਦੇ ਅਧੀਨ ਹੋ ਜਾਂਦਾ ਹੈ, ਮਾਇਆ ਦੇ ਅੰਦਰ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ, ਪੁੱਤਰ ਕਲਤਰ ਨਾ ਸੰਗ ਸੋਭਾ। ਇੱਥੇ ਨਾ ਤੇ ਤੇਰਾ ਪੁੱਤਰ ਤੇਰੇ ਨਾਲ ਜਾਣਾ ਹੈ ਅਤੇ ਨਾ ਹੀ ਤੇਰੀ ਇਸਤਰੀ ਜਾਣੀ ਹੈ। ਅਤੇ ਜਿਹੜੀ ਤੂੰ ਸੰਸਾਰ ਵਿੱਚ ਸੋਭਾ ਬਣਾਈ ਹੋਈ ਹੈ, ਆਪਣੀ ਵਡਿਆਈ ਬਣਾਈ ਹੋਈ ਹੈ ਕਿ ਵੇਖੋ ਉਸ ਦੇ ਕੋਲ ਕਿੰਨੀਆਂ ਕੋਠੀਆਂ ਕਾਰਾਂ ਨੇ, ਲੋਕ ਤੈਨੂੰ ਆ ਕੇ ਕਹਿੰਦੇ ਨੇ ਕਿ ਭਾਈ ਤੂੰ ਤਾਂ ਬੜਾ ਵੱਡਾ ਬੰਦਾ ਹੈ, ਤੇਰੇ ਕੋਲ ਤਾਂ ਸਾਰਾ ਕੁਝ ਹੈ, ਸੋਹਣੀਆਂ ਕੋਠੀਆਂ ਕਾਰਾਂ ਨੇ, ਤੇਰੇ ਕੋਲ ਬੜਾ ਸੋਨਾ ਚਾਂਦੀ ਹੈ, ਤੇਰੇ ਕੋਲ ਬੜਾ ਪੈਸਾ ਹੈ, ਬੜਾ ਧਨ ਦੌਲਤ ਹੈ। ਇਸ ਪ੍ਰਕਾਰ ਤੂੰ ਸੰਸਾਰ ਵਿੱਚ ਆਪਣੀ ਵਡਿਆਈ ਬਣਾਈ ਹੋਈ ਹੈ। ਪਰ ਮਹਾਰਾਜ ਕਹਿੰਦੇ ਇਹ ਵੀ ਤੇਰੇ ਨਾਲ ਨਹੀਂ ਜਾਣੀ, ਸੰਸਾਰਕ ਵਡਿਆਈ ਨਹੀਂ ਤੇਰੀ ਜਾਣੀ। ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ। ਜਿਹੜੇ ਤੂੰ ਘੋੜੇ ਤੇ ਹਾਥੀ ਭਾਲਦਾ ਹੈ ਨਾ ਕਿ ਮੈਨੂੰ ਮਿਲ ਜਾਣ, ਇਹ ਵੀ ਤੈਨੂੰ ਹਰੀ ਪ੍ਰਮਾਤਮਾ ਦੇ ਦਰਗਾਹ ਵੱਲ ਨਹੀਂ, ਇਹ ਸਗੋਂ ਵਿਕਾਰਾਂ ਵੱਲ ਲੈ ਜਾਣਗੇ। ਇਸ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ। ਕੇ ਉਹ ਹਰੀ ਪ੍ਰਮਾਤਮਾ ਬਿਨਵੰਤ ਨਾਨਕ ਬਿਨ ਸਾਧ ਸੰਗਮ, ਵੀ ਉਹ ਹਰੀ ਪ੍ਰਮਾਤਮਾ ਦੇ ਇਹੀ ਬਚਨ ਹਨ
ਕਿ ਜਿਹੜਾ ਸਾਧ ਸੰਗਤ ਨਹੀਂ ਕਰਦਾ, ਸਾਧ ਤੋਂ ਭਾਵ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਆਪ ਜਪਦਾ ਹੈ ਦੂਜਿਆਂ ਨੂੰ ਜਪਾਂਦਾ ਹੈ, ਜਿਹੜਾ ਆਪ ਚੰਗੇ ਕਰਮ ਕਰਦਾ ਹੈ ਦੂਜਿਆਂ ਨੂੰ ਸਿਖਾਉਂਦਾ ਹੈ, ਉਸ ਨੂੰ ਮਹਾਰਾਜ ਸਾਧ ਕਹਿੰਦੇ ਹਨ, ਜਿਨ੍ਹਾਂ ਨੂੰ ਆਪਾਂ ਮਹਾਂਪੁਰਖ ਵੀ ਕਹਿ ਦਿੰਦੇ ਹਾਂ, ਸੰਤ ਵੀ ਕਹਿ ਦਿੰਦੇ ਹਾਂ, ਬ੍ਰਹਮ ਗਿਆਨੀ ਵੀ ਕਹਿ ਦਿੰਦੇ ਹਾਂ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਸਾਧ ਦੀ ਸੰਗਤ ਨਹੀਂ ਕੀਤੀ, ਜਿਨ੍ਹਾਂ ਨੇ ਸਤ ਸੰਗਤ ਨਹੀਂ ਕੀਤੀ, ਸੱਚੇ ਸੰਗਤ ਨਹੀਂ ਕੀਤੀ, ਚੰਗੇ ਕਰਮ ਨਹੀਂ ਕੀਤੇ, ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ। ਉਸ ਦਾ ਸੰਸਾਰ ਵਿੱਚ ਹਰ ਇੱਕ ਕੀਤਾ ਹੋਇਆ ਕਰਮ ਵਿਅਰਥ ਹੈ, ਹਰ ਇੱਕ ਪ੍ਰਕਾਰ ਦਾ ਪਦਾਰਥ ਵਿਅਰਥ ਹੈ। ਉਸ ਲਈ ਹਰ ਇੱਕ ਪ੍ਰਕਾਰ ਦਾ ਧਨ ਦੌਲਤ ਕਮਾਇਆ ਹੋਇਆ ਵਿਅਰਥ ਹੈ, ਕਿਉਂਕਿ ਉਸਨੇ ਕਦੀ ਸਾਧ ਸੰਗਤ ਨਹੀਂ ਕੀਤੀ, ਕਦੇ ਚੰਗੇ ਕਰਮ ਨਹੀਂ ਕੀਤੇ, ਹਰੀ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ, ਹਰੀ ਪ੍ਰਮਾਤਮਾ ਦਾ ਧੰਨਵਾਦ ਨਹੀਂ ਕੀਤਾ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ ਕਿ ਉਸ ਦਾ ਸਾਰਾ ਜੀਵਨ ਵਿਅਰਥ ਹੈ, ਜਿਸ ਨੇ ਹਰੀ ਪ੍ਰਮਾਤਮਾ ਦੇ ਨਾਮ ਤੋਂ ਚੁੱਪੀ ਵੱਟ ਕੇ ਸੰਸਾਰ ਵਿੱਚ ਮਾਇਆ, ਜਿਹੜੇ ਧਨ ਦੌਲਤ ਹੈ, ਜਿਹੜੀ ਹਉਮੈ ਵਿੱਚ ਆ ਕਰਕੇ ਕਿਰਤ ਕੀਤੀ ਹੈ, ਉਸ ਦੇ ਕੀਤੇ ਹੋਏ ਵਿਹਾਰ ਸਾਰੇ ਵਿਅਰਥ ਹਨ। ਉਸ ਦੇ ਵਿੱਚੋਂ ਕੋਈ ਵੀ ਉਸ ਦੇ ਨਾਲ ਨਹੀਂ ਜਾਂਦਾ ਹੈ ਤਾਂ ਹਰੀ ਪ੍ਰਮਾਤਮਾ ਦਾ ਨਾਮ ਸਿਮਰਨ ਅਤੇ ਉਸ ਦੇ ਚੰਗੇ ਕੀਤੇ ਕਰਮ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਿ ਹੇ ਮਨੁੱਖ, ਇਹ ਜਿਹੜੀ ਦੇਹ ਤੈਨੂੰ ਮੈਂ ਬਖਸ਼ੀ ਹੈ, ਇਹ ਜਿਹੜਾ ਤੈਨੂੰ ਮੈਂ ਉਹਦਾ ਬਖਸ਼ਿਆ ਹੈ, 84 ਲੱਖ ਜੂਨਾਂ ਵਿੱਚੋਂ ਮੈਂ ਸਭ ਤੋਂ ਉੱਤਮ ਤੈਨੂੰ ਬਣਾਇਆ ਹੈ। ਕਿਉਂ ਬਣਾਇਆ ਹੈ? ਕਿ ਹਰੀ ਪ੍ਰਮਾਤਮਾ ਨਾਲ ਜੁੜ ਜਾਵੇ, ਉਸ ਦਾ ਨਾਮ ਸਿਮਰਨ ਜਪ ਲਵੇ, ਜਿਸ ਦੇ ਨਾਲ ਕੀ ਹੋਵੇਗਾ? ਪਾਰ ਉਤਾਰਾ ਹੋ ਜਾਵੇਗਾ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ ਕਿ ਤੈਨੂੰ ਇਹ ਦੇਹ ਬਖਸ਼ੀ ਹੈ, ਤੂੰ ਇਸ ਦਾ ਗਲਤ ਯੂਜ਼ ਨਾ ਕਰ। ਤੈਨੂੰ ਇੱਕ ਕੰਮ ਸੌਂਪਿਆ ਗਿਆ ਹੈ। ਕੀ ਸੌਂਪਿਆ ਗਿਆ ਹੈ? ਕਿ ਤੂੰ ਧਰਤੀ ਤੇ ਜਾ ਕਰਕੇ ਉਹ ਹਰੀ ਪ੍ਰਮਾਤਮਾ ਨਾਲ ਜੁੜਨ ਲਈ ਉਸ ਦਾ ਨਾਮ ਸਿਮਰਨ ਦਾ ਜਾਪ ਕਰਨਾ ਹੈ, ਚੰਗੇ ਕਰਮ ਕਰਨੇ ਨੇ, ਜਿਸ ਦੇ ਨਾਲ ਤੈਨੂੰ ਹਰੀ ਪ੍ਰਮਾਤਮਾ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਵੇਗੀ ਅਤੇ ਤੇਰਾ ਆਉਣ ਜਾਣਾ ਮੁਕਤ ਹੋ ਜਾਵੇਗਾ। ਇਸ ਸੰਸਾਰ ਦੀ 84 ਲੱਖ ਜੂਨਾਂ ਤੋਂ ਤੈਨੂੰ ਛੁਟਕਾਰਾ ਮਿਲ ਜਾਵੇਗਾ। ਇਸ ਲਈ ਤੈਨੂੰ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਹੁਣ ਤੈਨੂੰ ਉਹ ਸੱਚੇ ਹਰੀ ਪ੍ਰਮਾਤਮਾ ਨਾਲ ਜੁੜਨ ਵਾਸਤੇ ਦੇਹ ਪ੍ਰਾਪਤ ਹੋਈ ਹੈ। ਇਸ ਲਈ ਇਸ ਦਾ ਚੰਗੇ ਪਾਸੇ ਯੂਜ਼ ਕਰ ਲੈ, ਚੰਗੇ ਪਾਸੇ ਇਸਤੇਮਾਲ ਕਰ ਲੈ। ਸੋ ਗੁਰੂ ਪਿਆਰਿਓ, ਇਸ ਪ੍ਰਕਾਰ ਮਹਾਰਾਜ ਸਾਨੂੰ ਸਮਝਾਣਾ ਕਰਦੇ ਨੇ ਕਿ ਭਾਈ ਤੁਸੀਂ ਸਾਡੇ ਵੱਲੋਂ ਤੁਹਾਨੂੰ ਇਹ ਜਿਹੜੀ ਦੇਹ ਬਖਸ਼ੀ ਹੈ, ਮਤ ਬੁੱਧ ਬਖਸ਼ੀ ਹੈ, ਇਸ ਦੇ ਕਾਰਨ ਤੁਸੀਂ 84 ਲੱਖ ਜੂਨਾਂ ਤੋਂ ਉੱਤਮ ਹੋ। ਤੁਸੀਂ ਇਹਨਾਂ ਉਤੇ ਰਾਜ ਕਰਦੇ ਹੋ ਅਤੇ ਤੁਹਾਡਾ ਫਰਜ਼ ਹੈ ਨਾਮ ਜਪਣਾ, ਪਰ ਤੁਸੀਂ ਉਹ ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਮੌਨ ਧਾਰਿਆ ਹੋਇਆ ਹੈ। ਸੰਸਾਰ ਦੀ ਮਾਇਆ ਪਿੱਛੇ ਲੱਗੇ ਹੋਏ ਹੋ, ਸੰਸਾਰ ਦਾ ਧਨ ਦੌਲਤ ਕਮਾ ਕਰਕੇ ਹਉਮੈ ਇਕੱਠੀ ਕਰੀ ਜਾਂਦੇ ਹੋ। ਇਸ ਲਈ ਗੁਰੂ ਪਿਆਰਿਓ, ਹਜੇ ਕੋਈ ਸਮਾਂ ਹੈ, ਤੁਹਾਨੂੰ ਇਹ ਜਿਹੜੀ ਦੇਹ ਪ੍ਰਾਪਤ ਹੋਈ ਹੈ, ਇਹਦਾ ਚੰਗਾ ਯੂਜ਼ ਕਰੋ, ਇਸ ਨੂੰ ਚੰਗੇ ਪਾਸੇ ਲਾਓ, ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੋ, ਉਹ ਹਰੀ ਪ੍ਰਮਾਤਮਾ ਨੂੰ ਚੇਤਾ ਕਰਿਆ ਕਰੋ, ਜਿਸ ਨੇ ਤੁਹਾਨੂੰ ਇਸ ਧਰਤੀ ਉੱਤੇ ਭੇਜਿਆ ਹੈ। ਇਹ ਦੇਹ ਬਖਸ਼ੀ ਹੈ, ਜਿਸ ਦੇ ਕਾਰਨ ਤੁਸੀਂ ਅੱਜ ਸੰਸਾਰ ਵਿੱਚ ਆਪਣਾ ਚੰਗਾ ਮਾੜਾ ਸਮਝ ਰਹੇ ਹੋ, ਜਾਣ ਰਹੇ ਹੋ। ਇਸ ਲਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਿਆ ਕਰੋ। ਸੋ ਗੁਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।